प्यारे विद्यार्थियों, मैं प्रभु दयाल लैक्चरर मैकेनिकल इंजीनियरिंग डिपार्टमेंट मेहरचंद पॉलीटैक्निक कॉलेज जलंधर। मैं इस ਸਮੈਸਟਰ ਦੇ ਵਿੱਚ ਤੁਹਾਨੂੰ ਵਰਕਸ਼ਾਪ ਟੈਕਨੋਲੋਜੀ 1 ਦਾ ਸਬਜੈਕਟ ਟੀਚ ਕਰਨ ਜਾ ਰਿਹਾ। ਇਸ ਤੋਂ ਪਹਿਲਾਂ ਕਿ ਅਸੀਂ ਸਬਜੈਕਟ ਦੇ ਬਾਰੇ 'ਚ ਕੁਝ ਡਿਸਕਸ ਕਰੀਏ, ਮੈਂ ਤੁਹਾਨੂੰ ਇਸ ਟਾਈਮ ਜੋ ਪੂਰੇ ਵਰਲਡ ਵਾਈਡ ਦੇ ਵਿੱਚ ਪੈਂਡੈਮਿਕ ਚੱਲ ਰਿਹਾ ਉਸ ਦੇ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੂੰਗਾ। ਸਾਰਿਆਂ ਤੋਂ ਪਹਿਲਾਂ ਤਾਂ ਸਾਨੂੰ ਸਾਰਿਆਂ ਨੂੰ ਇਸ ਬਾਰੇ ਪਤਾ ਹੀ ਹੈ ਕਿ ਕੁਛ ਮਹੀਨਿਆਂ ਤੋਂ ਸਾਡੇ ਦੇਸ਼ ਦੇ ਵਿੱਚ, ਜਿਵੇਂ ਕਿ ਪੂਰੀ ਦੁਨੀਆ ਦੇ ਵਿੱਚ ਹੀ, ਸਾਡੇ ਦੇਸ਼ ਦੇ ਵਿੱਚ ਵੀ ਇਹ ਪ੍ਰੋਬਲਮ ਆਈ ਹੈ ਔਰ ਇਹ ਕਰੋਨਾ ਜਿਹੜਾ ਹੈ ਉਹ ਕਾਫੀ ਤੇਜ਼ੀ ਦੇ ਨਾਲ ਸਾਰੇ ਪਾਸੇ ਫੈਲ ਰਿਹਾ। ਅਤੇ ਤੁਹਾਨੂੰ ਸਾਰਿਆਂ ਨੂੰ ਮੈਂ ਇੱਕ ਵਾਰ ਫਿਰ ਸੁਨੇਹਾ ਦੇਣਾ ਚਾਹੂੰਗਾ। ਸਰਕਾਰ ਦਾ ਤਾਂ ਸਾਨੂੰ ਸਾਰਿਆਂ ਨੂੰ ਸੁਨੇਹਾ ਹੈ ਹੀ, ਬਾਰ-ਬਾਰ ਸਰਕਾਰ ਸਾਨੂੰ, ਕੇਂਦਰ ਸਰਕਾਰ ਵੀ, ਸਟੇਟ ਗੌਰਮੈਂਟ ਵੀ ਚੇਤਾਉਂਦੀ ਰਹਿੰਦੀ ਹੈ ਔਰ ਸਾਨੂੰ ਯਾਦ ਕਰਾਉਂਦੀ ਰਹਿੰਦੀ ਹੈ, ਇੰਸਟਰਕਸ਼ਨਸ ਦਿੰਦੀ ਰਹਿੰਦੀ ਕਿ ਕਿਸ ਤਰ੍ਹਾਂ ਅਸੀਂ ਇਸ ਮਹਾਂਮਾਰੀ ਤੋਂ ਬਚ ਸਕਦੇ ਹਾਂ। ਉਹਨਾਂ ਇੰਸਟਰਕਸ਼ਨਸ ਦੇ ਵਿੱਚ ਕੁਝ ਗੱਲਾਂ ਬਹੁਤ ਜ਼ਰੂਰੀ ਹੈ ਜਿਨ੍ਹਾਂ ਦੇ ਵਿੱਚ ਕਈ ਵਾਰ ਅਣਗਹਿਲੀ ਹੋ ਜਾਂਦੀ ਹੈ ਅਤੇ ਉਹ ਅਣਗਹਿਲੀ ਭਾਰੀ ਪੈ ਸਕਦੀ ਹੈ। ਸਾਨੂੰ ਸਾਰਿਆਂ ਨੂੰ ਹੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਇਸੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਦੇ ਲਈ ਹੀ ਅਸੀਂ ਕਲਾਸਿਸ ਵੀ ਤੁਹਾਡੀਆਂ ਔਨਲਾਈਨ ਲੈ ਰਹੇ ਹਾਂ ਤਾਂ ਕਿ ਕਿਤੇ ਵੀ ਕਰਾਊਡ ਨਾ ਹੋ ਸਕੇ ਔਰ ਇਹ ਪੈਂਡੈਮਿਕ ਜਿਹੜਾ ਹੈ, ਇਹ ਮਹਾਂਮਾਰੀ ਜਿਹੜੀ ਹੈ, ਇਹਨੂੰ ਫੈਲਣ ਤੋਂ ਰੋਕਿਆ ਜਾ ਸਕੇ। ਔਰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਦੇ ਨਾਲ ਨਾਲ ਹੀ ਸਾਨੂੰ ਹਾਈਜੀਨ ਦਾ ਵੀ ਬਹੁਤ ਧਿਆਨ ਰੱਖਣਾ ਜ਼ਰੂਰੀ ਹੈ। ਆਪਣੇ ਹੱਥ ਬਾਰ-ਬਾਰ ਧੋਂਦੇ ਰਹੋ, ਸਾਬਣ ਦੇ ਨਾਲ ਜਾਂ ਸੈਨੀਟਾਈਜ਼ਰ ਦੇ ਨਾਲ ਸਾਫ਼ ਕਰਦੇ ਰਹੋ। ਕਦੀ ਵੀ ਕਿਸੇ ਵੀ ਤਰ੍ਹਾਂ ਨਾਲ ਕਿਸੇ ਹੋਰ ਚੀਜ਼ ਨੂੰ ਹੱਥ ਲਗਾ ਕੇ ਆਪਣੇ ਫੇਸ ਨੂੰ, ਆਪਣੇ ਨੱਕ ਨੂੰ, ਅੱਖਾਂ ਨੂੰ ਟੱਚ ਨਾ ਕਰੋ, ਕਿਉਂਕਿ ਤੁਹਾਡੇ ਹੱਥ 'ਤੇ ਵਾਇਰਸ ਜੇ ਹੋਇਆ ਜਾਂ ਕਿਸੇ ਹੋਰ ਚੀਜ਼ ਤੋਂ ਟੱਚ ਕਰਨ ਦੇ ਨਾਲ ਤੁਹਾਡੇ ਅੱਖਾਂ, ਨੱਕ ਜਾਂ ਮੂੰਹ ਦੇ ਰਾਹੀਂ ਉਹ ਤੁਹਾਡੇ ਅੰਦਰ ਜਾ ਸਕਦਾ ਅਤੇ ਬਹੁਤ ਨੁਕਸਾਨ ਕਰ ਸਕਦਾ। ਹੋ ਸਕਦਾ ਤੁਹਾਡੀ ਇਮਿਊਨਿਟੀ, ਕਿਉਂਕਿ ਤੁਸੀਂ ਯੰਗ ਬੱਚੇ ਹੋ, ਤੁਹਾਨੂੰ ਬਚਾ ਵੀ ਲਏ, ਬਟ ਫਿਰ ਵੀ ਇਸ ਤੋਂ ਬਚਣਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਤੁਹਾਡੇ ਘਰ ਦੇ ਵਿੱਚ ਕੋਈ ਬੱਚੇ ਜਾਂ ਬਜ਼ੁਰਗ ਤਾਂ ਹਰੇਕ ਘਰ ਦੇ ਵਿੱਚ ਹੁੰਦੇ ਹੀ ਨੇ, ਉਹ ਬਹੁਤ ਵਲਨਰੇਬਲ ਹੁੰਦੇ ਨੇ ਇਸ ਪ੍ਰੋਬਲਮ ਦੇ ਪ੍ਰਤੀ, ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਹੋਵੇ ਅਤੇ ਬੱਚੇ ਔਰ ਬਜ਼ੁਰਗ ਸਭ ਤੋਂ ਜ਼ਿਆਦਾ ਵਲਨਰੇਬਲ ਹੁੰਦੇ ਨੇ, ਸਭ ਤੋਂ ਜ਼ਿਆਦਾ ਖਤਰੇ ਦੇ ਵਿੱਚ ਉਹ ਹੁੰਦੇ ਨੇ ਕਿਸੇ ਵੀ ਬਿਮਾਰੀ ਤੋਂ। ਅਤੇ ਉਹਨਾਂ ਦੀ ਸੁਰੱਖਿਆ ਲਈ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਹ ਨਾ ਫੈਲੇ, ਆਪਣੀ ਵੀ ਸੁਰੱਖਿਆ ਲਈ, ਉਹਨਾਂ ਦੀ ਵੀ ਸੁਰੱਖਿਆ ਦੇ ਲਈ। ਔਰ ਅਸੀਂ ਸਾਫ਼ ਸਫਾਈ ਦਾ ਧਿਆਨ ਰੱਖੀਏ, ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੀਏ ਔਰ ਬਿਨਾਂ ਜ਼ਰੂਰਤ ਕਦੀ ਵੀ ਕਿਸੇ ਇਹੋ ਜਿਹੀ ਜਗ੍ਹਾ 'ਤੇ ਨਾ ਜਾਈਏ ਜਿੱਥੇ ਕੋਈ ਭੀੜ ਭਾੜ ਹੋਵੇ, ਜਾਂ ਜੋ ਵੀ ਸਰਕਾਰ ਇੰਸਟਰਕਸ਼ਨਸ ਦੇ ਰਹੀ ਹੈ ਜਿਨ੍ਹਾਂ ਜਗ੍ਹਾ ਤੋਂ ਜਾਣ ਤੋਂ ਮਨ੍ਹਾ ਕੀਤਾ ਉਹਨਾਂ 'ਤੇ ਨਾ ਜਾਵੇ। ਔਰ ਤੁਸੀਂ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਦੇ ਤਹਿਤ ਜੋ ਵੀ ਸਰਕਾਰ ਨੇ ਇੰਸਟਰਕਸ਼ਨਸ ਦਿੱਤੀਆਂ ਸਾਰਿਆਂ ਦਾ ਪਾਲਣ ਕਰਦੇ ਰਹੋ। ਔਰ ਇਸ ਦੇ ਨਾਲ ਹੀ ਕੋਵਾ ਐਪ ਜ਼ਰੂਰ ਡਾਊਨਲੋਡ ਕਰੋ, ਜਿਸ ਤੋਂ ਕਿ ਤੁਹਾਨੂੰ ਪਤਾ ਲੱਗ ਸਕੇ ਤੁਹਾਡੇ ਆਸ-ਪਾਸ ਤੁਹਾਡੇ ਕਿਸ ਏਰੀਆ ਦੇ ਵਿੱਚ ਕਰੋਨਾ ਦੇ ਇਨਫੈਕਟਡ ਪੇਸ਼ੈਂਟ ਜਿਹੜੇ ਨੇ ਉਹ ਜ਼ਿਆਦਾ ਹੈਗੇ ਨੇ, ਜਿਸ ਤੋਂ ਕਿ ਤੁਸੀਂ ਉਹਨਾਂ ਤੋਂ ਧਿਆਨ ਰੱਖ ਸਕੋ, ਬਚ ਸਕੋ ਔਰ ਆਪਣੀ ਸੁਰੱਖਿਆ ਕਰ ਸਕੋ। ਛੋਟੀਆਂ-ਛੋਟੀਆਂ ਗੱਲਾਂ, ਛੋਟੀਆਂ-ਛੋਟੀਆਂ ਪ੍ਰੀਕਾਸ਼ਨਸ ਲੈ ਕੇ ਅਸੀਂ ਇਸ ਪ੍ਰੋਬਲਮ ਤੋਂ ਬਚ ਸਕਦੇ ਹਾਂ ਔਰ ਮੈਂ ਉਮੀਦ ਕਰੂੰਗਾ ਕਿ ਜਲਦੀ ਹੀ ਅਸੀਂ ਇਸ ਮਹਾਂਮਾਰੀ ਤੋਂ ਬਾਹਰ ਨਿਕਲ ਸਕਾਂਗੇ। ਹੁਣ ਗੱਲ ਕਰਦੇ ਹਾਂ ਸਾਡੇ ਸਬਜੈਕਟ ਦੀ। ਮੈਂ ਤੁਹਾਨੂੰ ਇਸ ਵਾਰ ਸਬਜੈਕਟ ਟੀਚ ਕਰੂੰਗਾ ਵਰਕਸ਼ਾਪ ਟੈਕਨੋਲੋਜੀ 1 ਤੀਸਰੇ ਸਮੈਸਟਰ ਲਈ, ਤੀਸਰਾ ਸਮੈਸਟਰ ਮੈਕੈਨੀਕਲ ਇੰਜੀਨੀਅਰਿੰਗ। ਇਸ ਵਰਕਸ਼ਾਪ ਟੈਕਨੋਲੋਜੀ ਦੇ ਵਿੱਚ ਸਾਡੇ ਕੋਲ ਸਿਲੇਬਸ 'ਚ ਹੈ ਵੈਲਡਿੰਗ, ਕਾਸਟਿੰਗ, ਮੈਟਲ ਫਾਰਮਿੰਗ ਪ੍ਰੋਸੈਸਿਸ, ਪਲਾਸਟਿਕ ਪ੍ਰੋਸੈਸਿੰਗ, ਪੈਟਰਨ ਮੇਕਿੰਗ, ਇਹ ਸਾਰੇ ਟੋਪਿਕ ਸਾਡੇ ਕੋਲ ਇਸ ਦੇ ਵਿੱਚ ਹੈਗੇ ਨੇ। ਹੁਣ ਸਾਨੂੰ ਇਸ ਦੇ ਵਿੱਚ ਮੈਂ ਸਾਰਿਆਂ ਤੋਂ ਪਹਿਲਾਂ ਜਿਹੜਾ ਟੋਪਿਕ ਟੱਚ ਕਰਨ ਜਾ ਰਿਹਾ ਉਹ ਹੈ ਕਾਸਟਿੰਗ। ਕਾਸਟਿੰਗ ਕੀ ਹੁੰਦੀ ਹੈ, ਕਾਸਟਿੰਗ ਦੀਆਂ ਪ੍ਰੋਸੈਸਿਸ ਕੀ ਹੁੰਦੀਆਂ ਨੇ, ਉਹਨਾਂ ਬਾਰੇ ਹੁਣ ਅਸੀਂ ਕੁਝ ਸਲਾਈਡਸ ਦੇ ਰਾਹੀਂ ਤੁਹਾਡੇ ਨਾਲ ਡਿਸਕਸ ਕਰਾਂਗੇ। ਸਲਾਈਡਸ ਚੱਲਣਗੇ, ਨਾਲ ਨਾਲ ਮੈਂ ਤੁਹਾਨੂੰ ਇੰਸਟਰਕਸ਼ਨ ਦਿੰਦਾ ਜਾਊਂਗਾ, ਧਿਆਨ ਦੇ ਨਾਲ ਸੁਣਿਓ। ਹੈਲੋ ਸਟੂਡੈਂਟਸ, ਕਾਸਟਿੰਗ ਦੇ ਜਿਸ ਟੋਪਿਕ ਦਾ ਮੈਂ ਜ਼ਿਕਰ ਕੀਤਾ ਸੀ ਪਹਿਲਾਂ, ਉਸ ਨੂੰ ਅਸੀਂ ਹੁਣ ਡਿਸਕਸ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਹਾਡੇ ਸਾਹਮਣੇ ਇਮੇਜ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਔਰ ਡੈਫੀਨੇਸ਼ਨ ਵੀ ਹੈ। ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਾਸਟਿੰਗ ਹੈ ਕੀ। A manufacturing process by which liquid metal is poured into a cavity similar to size of object, then allowed to solidify. The solid part obtained is called casting and the process is called casting process. एक मैन्युफैक्चरिंग प्रोसैस है ਜਿਹਦੇ ਵਿੱਚ ਕਿ ਲਿਕੁਇਡ ਮੈਟਲ ਨੂੰ ਪੋਰ ਕੀਤਾ ਜਾਂਦਾ ਹੈ ਕੈਵਿਟੀ ਦੇ ਵਿੱਚ, ਜਿਹੜੀ ਪਹਿਲਾਂ ਤੋਂ ਬਣਾਈ ਹੋਈ ਕੈਵਿਟੀ ਹੁੰਦੀ ਹੈ। ਲਿਕੁਇਡ ਮੈਟਲ ਕਿੱਦਾਂ ਓਬਟੇਨ ਹੁੰਦਾ? ਸਾਨੂੰ ਮੈਟਲ ਨੂੰ ਅਸੀਂ ਹੀਟ ਕਰਦੇ ਹਾਂ, ਗਰਮ ਕਰਦੇ ਹਾਂ ਫਰਨੈਸ ਦੇ ਵਿੱਚ। ਜਦੋਂ ਲਿਕੁਇਡ ਫਾਰਮ ਦੇ ਵਿੱਚ ਆ ਜਾਂਦਾ ਫਿਰ ਉਹਨੂੰ ਅਸੀਂ ਪਹਿਲੇ ਤੋਂ ਬਣਾਈ ਹੋਈ ਇੱਕ ਮੋਲਡ ਕੈਵਿਟੀ ਦੇ ਅੰਦਰ ਪੋਰ ਕਰਦੇ ਹਾਂ। ਉਹ ਮੋਲਡ ਕੈਵਿਟੀ ਅਸੀਂ ਕਿਸ ਸ਼ੇਪ ਔਰ ਸਾਈਜ਼ ਦੀ ਬਣਾਈ ਹੁੰਦੀ? ਜਿਹੜਾ ਸ਼ੇਪ ਔਰ ਸਾਈਜ਼ ਸਾਨੂੰ ਆਬਜੈਕਟ ਦਾ ਚਾਹੀਦਾ। ਲਿਕੁਇਡ ਮੈਟਲ ਉਹਦੇ ਅੰਦਰ ਜਦੋਂ ਪੋਰ ਹੋ ਜਾਂਦਾ ਉਹ ਉਹਦੀ ਸ਼ੇਪ ਲੈ ਲੈਂਦਾ। ਉਸ ਤੋਂ ਬਾਅਦ ਅਸੀਂ ਉਹਨੂੰ
ਕੁਛ ਦੇਰ ਲਈ ਛੱਡ ਦਿੰਦੇ, ਕੁਛ ਘੰਟਿਆਂ ਲਈ ਛੱਡ ਦਿੰਦੇ ਹਾਂ ਠੰਡਾ ਹੋਣ ਦੇ ਲਈ। ਜਦੋਂ ਲਿਕੁਇਡ ਮੈਟਲ ਠੰਡਾ ਹੋ ਜਾਂਦਾ ਉਹ ਸੋਲਿਡ ਫਾਰਮ ਦੇ ਵਿੱਚ ਆ ਜਾਂਦਾ ਹੌਲੀ ਹੌਲੀ, ਔਰ ਉਸ ਤੋਂ ਬਾਅਦ ਅਸੀਂ ਉਸ ਮੋਲਡ ਨੂੰ ਰਿਮੂਵ ਕਰਕੇ ਉਸ ਦੇ ਵਿੱਚੋਂ ਉਸ ਸੋਲਿਡ ਫਾਰਮ ਨੂੰ ਕੱਢ ਲੈਂਦੇ ਹਾਂ ਅਤੇ ਸਾਡੇ ਕੋਲ ਕਾਸਟਿੰਗ ਜਿਹੜੀ ਆ ਉਹ ਤਿਆਰ ਹੋ ਜਾਂਦੀ। ਉਸ ਓਬਟੇਨਡ ਪਾਰਟ ਨੂੰ ਅਸੀਂ ਕਾਸਟਿੰਗ ਕਹਿੰਦੇ ਹਾਂ ਔਰ ਇਸ ਪ੍ਰੋਸੈਸ ਨੂੰ ਕਾਸਟਿੰਗ ਪ੍ਰੋਸੈਸ ਕਹਿੰਦੇ ਹਾਂ। ਅੱਗੇ ਅਸੀਂ ਦੇਖਾਂਗੇ ਸਟੈਪਸ ਇਨਵੋਲਵਡ ਇਨ ਕਾਸਟਿੰਗ। ਜਿਵੇਂ ਕਿ ਅਸੀਂ ਪਹਿਲਾਂ ਹੀ ਥੋੜ੍ਹਾ ਦੇਖ ਚੁੱਕੇ ਹਾਂ ਕਿ ਪਹਿਲਾ ਸਟੈਪ ਕੀ ਹੈ, ਮੈਲਟਿੰਗ ਮੈਟਲ ਟੂ ਬੀ ਕਾਸਟਡ। ਜਿਸ ਮੈਟਲ ਦੀ ਕਾਸਟਿੰਗ ਸਾਨੂੰ ਚਾਹੀਦੀ ਹੈ ਉਸ ਮੈਟਲ ਨੂੰ ਅਸੀਂ ਮੈਲਟ ਕਰਨਾ ਹੈ ਫਰਨੈਸ ਦੇ ਵਿੱਚ। ਮੈਲਟ ਹੋਣ ਨੂੰ ਉਹਨੂੰ ਟਾਈਮ ਲੱਗੇਗਾ। ਔਰ ਦੂਸਰਾ ਕੰਮ ਅਸੀਂ ਕੀ ਕਰਨਾ ਹੈ, ਮੇਕਿੰਗ ਮੋਲਡ ਕੈਵਿਟੀ ਅਕੋਰਡਿੰਗ ਟੂ ਸ਼ੇਪ ਰਿਕੁਆਇਰਡ। ਜਿਸ ਸ਼ੇਪ ਦੀ ਸਾਨੂੰ ਜ਼ਰੂਰਤ ਹੈ ਉਸ ਸ਼ੇਪ ਦਾ ਅਸੀਂ ਪਹਿਲੇ ਮੋਲਡ ਤਿਆਰ ਕਰਨਾ ਹੈ। ਸੈਂਡ ਦਾ ਮੋਲਡ ਤਿਆਰ ਕੀਤਾ ਜਾਂਦਾ ਹੈ ਔਰ ਉਸ ਦੇ ਅੰਦਰ ਉਸ ਤਰ੍ਹਾਂ ਦੀ ਕੈਵਿਟੀ ਜਿਹੜੀ ਹੈ ਉਹ ਬਣਾਈ ਜਾਂਦੀ ਹੈ ਜਿਹੜੀ ਸ਼ੇਪ ਸਾਨੂੰ ਚਾਹੀਦੀ ਹੈ ਮੈਟਲ ਪੋਰ ਕਰਨ ਦੇ ਲਈ। ਨੈਕਸਟ ਸਟੈਪ ਸਾਡਾ ਕੀ ਹੈ, ਪੋਰਿੰਗ ਮੋਲਟਨ ਮੈਟਲ ਇਨਟੂ ਮੋਲਡ ਕੈਵਿਟੀ। ਮੋਲਡ ਕੈਵਿਟੀ ਦੇ ਵਿੱਚ ਅਸੀਂ ਪਿਘਲਿਆ ਹੋਇਆ ਮੈਟਲ ਜਿਹੜਾ ਉਹ ਪੋਰ ਕਰ ਦਿੰਦੇ ਹਾਂ। ਇਸ ਦੇ ਵਿੱਚ ਬੜੀ ਹੀ ਪ੍ਰੀਕਾਸ਼ਨਸ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਬਹੁਤ ਐਕਸੀਡੈਂਟਲ ਵੀ ਹੋ ਸਕਦਾ ਇਹ ਮੈਟਲ ਜਿਹੜਾ ਉਹ ਬਹੁਤ ਗਰਮ ਹੁੰਦਾ। ਉਸ ਨੂੰ ਅਸੀਂ ਪੂਰੀ ਸਾਵਧਾਨੀ ਦੇ ਨਾਲ ਉਸ ਦੇ ਅੰਦਰ ਪੋਰ ਕਰਦੇ ਹਾਂ, ਅਲਾਈਂਗ ਦ ਮੋਲਟਨ ਮੈਟਲ ਟੂ ਕੂਲ ਐਂਡ ਸੋਲੀਡੀਫਾਈ। ਉਸ ਤੋਂ ਬਾਅਦ ਪ੍ਰੋਸੈਸ ਜਿਹੜੀ ਆ ਉਹ ਇਹ ਹੈ ਕਿ ਅਸੀਂ ਉਹਨੂੰ ਛੱਡ ਦੇਣਾ ਹੁੰਦਾ ਠੰਡਾ ਹੋਣ ਦੇ ਲਈ। ਜਦੋਂ ਮੋਲਟਨ ਮੈਟਲ ਠੰਡਾ ਹੋ ਜਾਂਦਾ ਉਹ ਆਪਣੇ ਆਪ ਹੀ ਸੋਲਿਡ ਫਾਰਮ ਦੇ ਵਿੱਚ ਆ ਜਾਂਦਾ। ਸੋਲਿਡ ਫਾਰਮ ਦੇ ਵਿੱਚ ਆਉਣ ਤੋਂ ਬਾਅਦ ਅਸੀਂ ਉਸ ਵੀ ਕੀ ਕਰਦੇ ਹਾਂ, ਨੈਕਸਟ ਸਟੈਪ ਇਹ ਹੈ ਰਿਮੂਵਿੰਗ ਸੋਲੀਡੀਫਾਈਡ ਕਾਸਟਿੰਗ ਫਰੋਮ ਦ ਮੋਲਡ। ਮੋਲਡ ਦੇ ਵਿੱਚੋਂ ਉਸ ਸੋਲਿਡ ਹੋਏ ਮੈਟਲ ਨੂੰ ਜਿਸ ਨੇ ਸ਼ੇਪ ਬਣਾ ਲਈ ਹੈ ਆਪਣੀ ਕੈਵਿਟੀ ਦੇ ਅਕੋਰਡਿੰਗ, ਉਹਨੂੰ ਅਸੀਂ ਮੋਲਡ ਦੇ ਵਿੱਚੋਂ ਰਿਮੂਵ ਕਰਨਾ ਹੈ। ਨੈਕਸਟ ਸਟੈਪ ਕੀ ਹੈ, ਕਲੀਨਿੰਗ, ਰਿਮੂਵਲ ਆਫ ਅਨਵਾਂਟਿਡ ਪੋਰਸ਼ਨ ਐਂਡ ਇਨਸਪੈਕਸ਼ਨ ਆਫ ਕਾਸਟਿੰਗਸ। ਅਸੀਂ ਕੀ ਕਰਨਾ ਹੈ, ਉਸ ਨੂੰ ਸਾਫ਼ ਕਰਨਾ ਹੈ ਕਿਉਂਕਿ ਸੈਂਡ ਦਾ ਬਣਿਆ ਹੋਇਆ ਮੋਲਡ ਹੈ। ਉਸ ਦੇ ਅੰਦਰੋਂ ਜਦੋਂ ਅਸੀਂ ਉਸ ਸ਼ੇਪ ਜੋ ਸਾਨੂੰ ਓਬਟੇਨ ਹੋਈ ਹੈ ਉਸ ਸ਼ੇਪ ਦੀ ਆਬਜੈਕਟ ਨੂੰ ਜਦੋਂ ਅਸੀਂ ਕੱਢਾਂਗੇ ਉਹਦੇ ਉੱਪਰ ਸੈਂਡ ਵਗੈਰਾ ਸਾਰੀ ਸਾਫ਼ ਕਰਾਂਗੇ। ਅਨਵਾਂਟਿਡ ਪੋਰਸ਼ਨ ਜੇ ਕੋਈ ਹੋਵੇ ਉਹਨੂੰ ਰਿਮੂਵ ਕਰਾਂਗੇ ਔਰ ਇਨਸਪੈਕਸ਼ਨ ਕਰਾਂਗੇ ਕਾਸਟਿੰਗ ਦੀ। ਇਨਸਪੈਕਸ਼ਨ ਕਿਉਂ ਜ਼ਰੂਰੀ ਹੈ, ਅਸੀਂ ਉਹਨੂੰ ਦੇਖਣਾ ਸਾਨੂੰ ਪਏਗਾ ਕਿ ਜਿਸ ਤਰ੍ਹਾਂ ਦੀ ਸ਼ੇਪ ਅਸੀਂ ਚਾਹੁੰਦੇ ਸੀ ਉਸ ਤਰ੍ਹਾਂ ਦੀ ਸ਼ੇਪ ਜਿਹੜੀ ਉਹ ਡਿਜ਼ਾਇਰਡ ਆ ਗਈ ਹੈ ਜਾਂ ਕਿਤੇ ਕੋਈ ਪ੍ਰੋਬਲਮ ਆ ਗਈ ਹੈ ਜਾਂ ਕਿਤੇ ਕੋਈ ਡਿਸਟੋਰਸ਼ਨ ਆ ਗਈ ਹੈ। ਔਰ ਜਿਹੜਾ ਕੋਈ ਅਨਵਾਂਟਿਡ ਪੋਰਸ਼ਨ ਹੋ ਗਿਆ ਉਸ ਨੂੰ ਅਸੀਂ ਮਸ਼ੀਨਿੰਗ ਦੇ ਨਾਲ ਉਹ ਤੋਂ ਰਿਮੂਵ ਕਰ ਸਕਦੇ ਹਾਂ। ਨੈਕਸਟ ਅਸੀਂ ਦੇਖਾਂਗੇ ਕਾਸਟਿੰਗ ਪ੍ਰੋਸੈਸ ਦੇ ਵਿੱਚ ਮੋਲਡ ਕਿਸ ਤਰ੍ਹਾਂ ਦੇ ਹੁੰਦੇ ਨੇ। ਐਕਸਪੈਂਡੇਬਲ ਮੋਲਡ। ਨੈਕਸਟ ਅਸੀਂ ਦੇਖਾਂਗੇ ਕਾਸਟਿੰਗ ਪ੍ਰੋਸੈਸਿਸ ਦੇ ਵਿੱਚ ਮੋਲਡ ਕਿਸ ਤਰ੍ਹਾਂ ਦੇ ਹੁੰਦੇ। ਐਕਸਪੈਂਡੇਬਲ ਮੋਲਡ ਕਾਸਟਿੰਗ, ਦ ਮੋਲਡ ਇਜ਼ ਬ੍ਰੋਕਨ ਮੇਡ ਆਫ ਮੋਲਡਿੰਗ ਸੈਂਡ ਐਵਰੀ ਟਾਈਮ ਟੂ ਟੇਕ ਆਊਟ ਕਾਸਟਿੰਗ। ਕਾਸਟਿੰਗ ਨੂੰ ਕੱਢਣ ਲਈ ਹਰ ਵਾਰ ਅਸੀਂ ਮੋਲਡ ਨੂੰ ਤੋੜ ਦਿੰਦੇ ਹਾਂ, ਨਵਾਂ ਮੋਲਡ ਬਣਦਾ ਹੈ, ਫਿਰ ਉਹਦੇ ਵਿੱਚ ਮੈਟਲ ਪੋਰ ਹੁੰਦਾ ਹੈ, ਫਿਰ ਉਹਦੇ ਵਿੱਚ ਸੋਲੀਡੀਫਾਈ ਹੁੰਦਾ ਹੈ, ਕਾਸਟਿੰਗ ਤਿਆਰ ਹੁੰਦੀ ਹੈ ਔਰ ਕਾਸਟਿੰਗ ਨੂੰ ਕੱਢਣ ਲਈ ਅਸੀਂ ਮੋਲਡ ਨੂੰ ਤੋੜ ਦਿੰਦੇ ਹਾਂ। ਇਸ ਪ੍ਰੋਸੈਸ ਨੂੰ ਅਸੀਂ ਕੀ ਕਰਨੇ ਹਾਂ, ਐਕਸਪੈਂਡੇਬਲ ਮੋਲਡ ਕਾਸਟਿੰਗ। ਫਿਰ ਇੱਕ ਹੀ ਹੈ ਪਰਮਾਨੈਂਟ ਮੋਲਡ ਕਾਸਟਿੰਗ। ਇਸ ਦੇ ਵਿੱਚ ਕੀ ਹੈ ਕਿ ਉਸੇ ਮੋਲਡ ਨੂੰ ਅਸੀਂ ਬਾਰ-ਬਾਰ ਯੂਜ਼ ਕਰੀਏ ਔਰ ਉਸ ਨੂੰ ਤੋੜਿਆ ਨਾ ਜਾਏ। ਉਹ ਮੋਲਡ ਸੈਂਡ ਦਾ ਤਾਂ ਨਹੀਂ ਹੋਏਗਾ ਕਿਉਂਕਿ ਸੈਂਡ ਦਾ ਮੋਲਡ ਤਾਂ ਜਦੋਂ ਅਸੀਂ ਅੰਦਰੋਂ ਮੈਟਲ ਕੱਢਾਂਗੇ ਉਹ ਟੁੱਟ ਹੀ ਜਾਂਦਾ ਹੈ। ਇਸ ਵਿੱਚ ਕੀ ਹੈ, ਮੋਲਡ ਜਿਹੜੇ ਆ ਉਹ ਮੈਟਲ ਦੇ ਬਣੇ ਹੁੰਦੇ ਆ। ਪਰਮਾਨੈਂਟ ਮੋਲਡ ਕਾਸਟਿੰਗ ਉਹਨੂੰ ਅਸੀਂ ਕਵਾਂਗੇ, ਉਹਨੂੰ ਤੋੜਿਆ ਨਹੀਂ ਜਾਂਦਾ, ਉਹ ਰਿਪੀਟਡਲੀ ਯੂਜ਼ ਹੋ ਸਕਦਾ। ਸੈਮੀ ਪਰਮਾਨੈਂਟ ਮੋਲਡ ਕਾਸਟਿੰਗ ਕੀ ਹੈ, ਜਿਵੇਂ ਕਿ ਤੁਹਾਨੂੰ ਦੋਨਾਂ ਤੋਂ ਸਮਝ ਆ ਹੀ ਗਿਆ ਹੋਵੇਗਾ ਕਿ ਮੋਲਡਸ ਜਿਹੜੇ ਆ ਉਹ ਗ੍ਰੇਫਾਈਟ ਵਗੈਰਾ ਮਟੀਰੀਅਲ ਦੇ ਬਣੇ ਹੁੰਦੇ ਅਤੇ ਉਹ ਪਰਮਾਨੈਂਟ ਵੀ ਨਹੀਂ ਹੁੰਦੇ ਔਰ ਟੈਂਪਰੇਰੀ ਵੀ ਨਹੀਂ ਹੁੰਦੇ, ਵਨ ਟਾਈਮ ਯੂਜ਼ ਵੀ ਨਹੀਂ ਹੁੰਦੇ। ਇਸ ਨੂੰ ਅਸੀਂ ਕੀ ਕਰਦੇ ਹਾਂ, ਸੈਮੀ ਪਰਮਾਨੈਂਟ ਦੇ ਵਿੱਚ ਕੀ ਹੈ ਕਿ ਉਹ ਮਲਟੀਪਲ ਟਾਈਮਸ ਯੂਜ਼ ਹੋ ਜਾਂਦੇ ਆ, ਉਸ ਤੋਂ ਬਾਅਦ ਉਹ ਟੁੱਟ ਜਾਂਦੇ ਨੇ। ਗ੍ਰੇਫਾਈਟ ਦੇ ਬਣੇ ਹੁੰਦੇ ਨੇ ਜਾਂ ਉਸ ਦੇ ਤਰ੍ਹਾਂ ਦੇ ਕਿਸੇ ਹੋਰ ਮਟੀਰੀਅਲ ਦੇ। ਉਸ ਤੋਂ ਬਾਅਦ ਨੈਕਸਟ ਪ੍ਰੋਸੈਸ ਕੀ ਹੈ, ਇਹਨਾਂ ਦੀ ਐਪਲੀਕੇਸ਼ਨਸ ਕੀ ਹੈ। ਕਾਸਟਿੰਗ ਕਿੱਥੇ ਯੂਜ਼ ਹੁੰਦੀ ਹੈ, ਇੰਜਨ ਬਲੌਕਸ ਬਣਾਉਣ ਲਈ, ਫਲਾਈ ਵੀਲ ਬਣਾਉਣ ਲਈ, ਕ੍ਰੈਂਕ ਸ਼ਾਫਟ, ਪਿਸਟਨ, ਕਾਫੀ ਸਾਰੇ ਆਟੋਮੋਬਾਈਲ ਪਾਰਟਸ ਜਿਹੜੇ ਆ ਉਹ ਬਣਾਉਣ ਲਈ ਕਾਸਟਿੰਗ ਦਾ ਇਸਤੇਮਾਲ ਹੁੰਦਾ। ਟਰਬਾਈਨ ਬਲੇਡਸ ਬਣਾਉਣ ਲਈ ਇਸਤੇਮਾਲ ਹੁੰਦਾ। ਇਸ ਦੀਆਂ ਐਡਵਾਂਟੇਜਸ ਕੀ ਨੇ, ਲਾਰਜ ਸਾਈਜ਼ ਆਬਜੈਕਟ ਵੀ ਜਿਹੜੀ ਹੈ ਉਹ ਕਾਸਟਿੰਗ ਦੇ ਦੁਆਰਾ ਆਸਾਨੀ ਦੇ ਨਾਲ ਬਣਾਈ ਜਾ ਸਕਦੀ ਹੈ। ਕੋਈ ਬਹੁਤ ਜ਼ਿਆਦਾ ਐਕਸਪੈਂਸਿਵ ਮਹਿੰਗੇ ਟੂਲਸ ਦੀ ਸਾਨੂੰ ਕਾਸਟਿੰਗ ਦੇ ਲਈ ਜ਼ਰੂਰਤ ਨਹੀਂ ਹੁੰਦੀ। ਹਾਈ ਪ੍ਰੋਡਕਸ਼ਨ ਰੇਟ ਜਿਹੜਾ ਹੈ ਉਹ ਇਸ ਦੇ ਵਿੱਚ ਸਾਨੂੰ ਮਿਲ ਜਾਂਦਾ ਹੈ। ਹੋਲੋ ਸ਼ੇਪਸ ਵੀ ਆਸਾਨੀ ਨਾਲ ਬਣਾਈਆਂ ਜਾ ਸਕਦੀਆਂ ਨੇ। ਇਹਦੀਆਂ ਕੁਝ ਡਿਸਐਡਵਾਂਟੇਜਸ ਵੀ ਨੇ। ਉਹ ਕੀ ਹੈ ਕਿ ਡਾਇਮੈਂਸ਼ਨਲ ਐਕੂਰੇਸੀ ਜਾਂ ਸਰਫੇਸ ਫਿਨਿਸ਼ ਨਹੀਂ ਆਉਂਦੀ, ਉਹ ਸਾਨੂੰ ਬਾਅਦ ਦੇ ਵਿੱਚ ਮਸ਼ੀਨਿੰਗ ਦੇ ਨਾਲ ਜਾਂ ਹੋਰ ਪ੍ਰੋਸੈਸਿਸ ਦੇ ਨਾਲ ਉਹ ਸਾਨੂੰ ਜਿਹੜੀ ਸਰਫੇਸ ਫਿਨਿਸ਼ ਆ ਉਹ ਕਰਨੀ ਪੈਂਦੀ ਹੈ। ਔਰ ਇਨੀਸ਼ੀਅਲ ਸੈਟਲਮੈਂਟ ਜਿਹੜੀ ਆ ਉਹ ਸਾਨੂੰ ਕਾਫੀ ਮਿਹਨਤ ਦੇ ਨਾਲ ਬਣਾਉਣੀ ਪੈਂਦੀ ਕਿਉਂਕਿ ਮੋਡ ਬਣਾਉਣੇ ਪੈਂਦੇ ਆ, ਪੈਟਰਨ ਬਣਾਉਣੇ ਪੈਂਦੇ ਨੇ
ਔਰ ਫਰਨੈਸ ਦੇ ਵਿੱਚ ਮੈਟਲ ਨੂੰ ਮੈਲਟ ਕਰਨਾ ਪੈਂਦਾ। ਇਹ ਸਾਰੀਆਂ ਇਨੀਸ਼ੀਅਲ ਪ੍ਰੋਸੈਸਿਸ ਜਿਹੜੀਆਂ ਇਹ ਕਾਫੀ ਲੰਬੀਆਂ ਨੇ। ਫਿਰ ਕੀ ਹੈ, ਤੁਸੀਂ ਸਾਹਮਣੇ ਇਮੇਜ ਦੇ ਵਿੱਚ ਦੇਖ ਰਹੇ ਹੋ ਕਾਸਟਿੰਗ ਦੀ ਥੋੜ੍ਹੀ ਡਿਟੇਲਸ ਜਿਹੜੀਆਂ ਉਹ ਤੁਹਾਨੂੰ ਦੇਖ ਕੇ ਇਹਦੇ ਪਾਰਟਸ ਮੋਲਡ ਦੇ ਦੇਖ ਕੇ ਤੁਸੀਂ ਸਮਝ ਸਕੋਗੇ ਕਿ ਮੋਲਡ ਕਿਸ ਤਰ੍ਹਾਂ ਦਾ ਬਣਦਾ ਹੈ ਕਾਸਟਿੰਗ ਦੀ। ਇਸ ਦੇ ਵਿੱਚ ਨੀਚੇ ਵਾਲਾ ਪਾਰਟ ਜਿਹੜਾ ਹੈ ਉਹਨੂੰ ਡਰੈਗ ਕਹਿੰਦੇ ਹਾਂ, ਉੱਪਰ ਵਾਲੇ ਪਾਰਟ ਨੂੰ ਅਸੀਂ ਕੋਪ ਕਹਿੰਦੇ ਹਾਂ, ਔਰ ਵਿਚਕਾਰ ਇਹਦੇ ਕੀ ਹੈ ਪਾਰਟਿੰਗ ਲਾਈਨ ਹੈ। ਹੁਣ ਇਹਦੇ ਵਿੱਚ ਦੇਖੋ ਸਾਰਿਆਂ ਤੋਂ ਪਹਿਲਾਂ ਲੈਫਟ ਸਾਈਡ ਤੋਂ ਤੁਸੀਂ ਦੇਖੋ ਪੋਰਿੰਗ ਕੱਪ ਹੈ। ਪੋਰਿੰਗ ਕੱਪ ਉਹ ਹੈ ਜਿਸ ਤੋਂ ਅਸੀਂ ਕੀ ਮੋਲਟਨ ਮੈਟਲ ਨੂੰ ਪੋਰ ਕਰਦੇ ਹਾਂ। ਨੈਕਸਟ ਉਸ ਤੋਂ ਅੱਗੇ ਕੀ ਹੈ, ਜਿਹੜਾ ਪੋਰਿੰਗ ਕੱਪ ਹੈ ਉਹਨੂੰ ਫਨਲ ਦੀ ਸ਼ੇਪ ਦਿੱਤੀ ਗਈ ਤਾਂ ਕਿ ਮੈਟਲ ਜਿਹੜਾ ਉਹ ਪੋਰ ਹੋ ਰਿਹਾ ਹੈ ਉਹ ਬਾਹਰ ਨਾ ਗਿਰੇ। ਉਸ ਤੋਂ ਅੱਗੇ ਕੀ ਹੈ ਸਪਰੂ। ਸਪਰੂ ਕੀ ਹੈ, ਉਹ ਹੋਲ ਹੈ ਜਿੱਥੋਂ ਮੋਲਟਨ ਮੈਟਲ ਜਿਹੜਾ ਉਹ ਅੱਗੇ ਜਾਏਗਾ, ਔਰ ਹੋਲ ਤੋਂ ਅੱਗੇ ਜਾ ਰਿਹਾ ਹੈ ਇੱਕ ਹੌਰੀਜ਼ੌਂਟਲ ਪੈਸੇਜ ਜਿਹੜਾ ਹੈ ਉੱਥੇ ਕੀ ਲਿਖਿਆ ਹੈ ਰਨਰ, ਜਿੱਥੋਂ ਕਿ ਪੈਸੇਜ ਤੋਂ ਮੋਲਟਨ ਮੈਟਲ ਨੇ ਹੋਰ ਅੱਗੇ ਮੂਵ ਹੋ ਕੇ ਕੈਵਿਟੀ ਮੇਨ ਕੈਵਿਟੀ ਤੱਕ ਜਾਣਾ, ਜਿੱਥੇ ਸਾਡੀ ਅਸਲੀ ਆਬਜੈਕਟ ਜਿਹੜੀ ਆਬਜੈਕਟ ਦੀ ਡਿਜ਼ਾਇਰਡ ਸ਼ੇਪ ਹੈ ਜਿੱਥੇ ਉਹ ਬਣਨੀ ਹੈ। ਉਸ ਤੋਂ ਇੱਕ ਰਾਈਜ਼ਰ ਦਿੱਤਾ ਹੋਇਆ ਹੈ। ਰਾਈਜ਼ਰ ਕੀ ਹੈ, ਅਪਵਰਡ ਕੈਵਿਟੀ ਇੱਕ ਛੋਟੀ ਜਿਹੀ ਅਸੀਂ ਮੋਲਡ ਦੇ ਅੰਦਰ ਰੱਖੀ ਹੋਈ ਹੈ। ਮੋਲਟਨ ਮੈਟਲ ਜਦੋਂ ਆਉਂਦਾ ਹੈ ਇਹਦੇ ਅੰਦਰ ਉਹ ਫਿਲ ਹੋ ਜਾਂਦਾ ਹੈ, ਜਦੋਂ ਕਿਉਂਕਿ ਪੂਰੀ ਕੈਵਿਟੀ ਫਿਲ ਹੋ ਜਾਏਗੀ ਔਰ ਰਾਈਜ਼ਰ ਦੇ ਅੰਦਰ ਵੀ ਫਿਲ ਹੋ ਜਾਏਗਾ, ਰਾਈਜ਼ ਕਰਕੇ ਇੱਥੋਂ ਮੋਲਟਨ ਮੈਟਲ ਉਹਦੇ ਅੰਦਰ ਫਿਲ ਹੋ ਜਾਏਗਾ। ਇਸ ਦੀ ਜ਼ਰੂਰਤ ਕਿਉਂ ਪੈਂਦੀ ਹੈ, ਮੋਲਡ ਕੈਵਿਟੀ ਦੇ ਅੰਦਰ ਜਦੋਂ ਮੋਲਟਨ ਮੈਟਲ ਹੈ ਉਹ ਸੋਲੀਡੀਫਾਈ ਹੋਣਾ ਸ਼ੁਰੂ ਹੁੰਦਾ ਹੈ, ਅਤੇ ਸੋਲੀਡੀਫਾਈ ਹੋਣ ਦੇ ਨਾਲ ਨਾਲ ਉਹ ਥੋੜ੍ਹਾ ਸ਼ਰਿੰਕ ਕਰਨਾ ਸ਼ੁਰੂ ਹੁੰਦਾ ਹੈ, ਅਤੇ ਸ਼ਰਿੰਕ ਕਰਨ ਦੇ ਨਾਲ ਇੱਕ ਪ੍ਰੋਬਲਮ ਆ ਸਕਦੀ ਹੈ ਕਿ ਜੋ ਡਿਜ਼ਾਇਰਡ ਸ਼ੇਪ ਹੈ ਉਸ ਤੋਂ ਛੋਟਾ ਬਣ ਜਾਏਗਾ। ਸਾਡਾ ਜਿਹੜਾ ਪਾਰਟ ਸਾਨੂੰ ਓਬਟੇਨ ਹੋਏਗਾ ਉਸ ਦਾ ਸਾਈਜ਼ ਜਿਹੜਾ ਹੈ ਉਹ ਡਿਜ਼ਾਇਰਡ ਸ਼ੇਪ ਤੋਂ ਥੋੜ੍ਹਾ ਛੋਟਾ ਹੋ ਜਾਏਗਾ, ਕੈਵਿਟੀ ਤੋਂ ਥੋੜ੍ਹਾ ਛੋਟਾ ਹੋ ਜਾਏਗਾ। ਇਸ ਦਾ ਮਤਲਬ ਹੈ ਜਦੋਂ ਸੋਲੀਡੀਫਾਈ ਹੋ ਰਿਹਾ ਤਾਂ ਹੋਰ ਮੋਲਟਨ ਮੈਟਲ ਦੀ ਜ਼ਰੂਰਤ ਪਏਗੀ, ਪਰ ਮੋਲਟਨ ਮੈਟਲ ਅਸੀਂ ਇੱਕ ਵਾਰ ਪੋਰ ਕਰ ਚੁੱਕੇ ਹਾਂ, ਉਹਨੂੰ ਬਾਰ-ਬਾਰ ਰਿਪੀਟਡਲੀ ਨਹੀਂ ਅਸੀਂ ਪੋਰ ਕਰ ਸਕਦੇ, ਕਿਉਂਕਿ ਅਸੀਂ ਅੰਦਰ ਦੇਖ ਵੀ ਨਹੀਂ ਸਕਦੇ ਕਿ ਕੈਵਿਟੀ ਦੇ ਅੰਦਰ ਕਿੰਨੀ ਦੇਰ 'ਚ ਜਾਂ ਕਦੋਂ ਮੈਟਲ ਜਿਹੜਾ ਹੈ ਉਹ ਸੋਲੀਡੀਫਾਈ ਹੋ ਰਿਹਾ ਹੈ ਔਰ ਉਹਨੂੰ ਹੋਰ ਮੋਲਟਨ ਮੈਟਲ ਦੀ ਸਪੇਸ ਆਕਿਊਪਾਈ ਕਰਨ ਦੀ ਜ਼ਰੂਰਤ ਹੈ। ਅਤੇ ਇਹ ਰਾਈਜ਼ਰ ਦੇ ਵਿੱਚੋਂ ਮੂਵ ਕਰਕੇ ਮੋਲਟਨ ਮੈਟਲ ਆਪਣੇ ਆਪ ਉੱਥੇ ਅੱਗੇ ਜਾਂਦਾ ਰਹਿੰਦਾ ਹੈ ਔਰ ਕੈਵਿਟੀ ਫਿਲ ਹੋ ਜਾਂਦੀ ਹੈ। ਇੱਕ ਤੁਸੀਂ ਅੱਗੇ ਦੇਖੋਗੇ ਉੱਪਰ ਗੈਸ ਵੈਂਟ ਦਿੱਤਾ ਹੈ, ਇਹ ਬਹੁਤ ਜ਼ਰੂਰੀ ਹੈ। ਜੇ ਗੈਸ ਵੈਂਟ ਨਾ ਹੋਵੇ, ਕਿਉਂਕਿ ਮੋਲਟਨ ਮੈਟਲ ਦੇ ਵਿੱਚੋਂ ਗੈਸਿਸ ਜਿਹੜੀਆਂ ਉਹ ਤਾਂ ਨਿਕਲਣਗੀਆਂ ਹੀ, ਅਤੇ ਗੈਸ ਵੈਂਟ ਇਸ ਕਰਕੇ ਹੀ ਦਿੱਤਾ ਗਿਆ ਹੈ, ਇੱਕ ਪੈਸੇਜ ਦਿੱਤਾ ਗਿਆ ਹੈ ਅਪਵਰਡ ਸਾਈਡ 'ਤੇ ਜਿੱਥੋਂ ਕਿ ਗੈਸਿਸ ਜਿਹੜੀਆਂ ਹੈ ਬਾਹਰ ਨਿਕਲਦੇ ਰਹਿਣ। ਅਗਰ ਗੈਸ ਵੈਂਟ ਨਾ ਦਿੱਤਾ ਜਾਏ ਤਾਂ ਇਸ ਦੇ ਅੰਦਰ ਹੋਲਸ ਹੋ ਸਕਦੇ ਨੇ ਮੋਲਡ ਕੈਵਿਟੀ ਦੇ ਅੰਦਰ, ਜਾਂ ਬਬਲਸ ਬਣ ਸਕਦੇ ਨੇ, ਜਾਂ ਜਿਹੜਾ ਸਾਡਾ ਪੀਸ ਬਣਨਾ ਹੈ ਉਸ ਦੇ ਅੰਦਰ ਗੈਸ ਦੇ ਕਾਰਨ ਡਿਸਟੋਰਸ਼ਨਸ ਉਸ ਦੀ ਸ਼ੇਪ ਦੇ ਅੰਦਰ ਆ ਸਕਦੀਆਂ ਨੇ। ਠੀਕ ਹੈ, ਔਰ ਫਿਰ ਮੋਲਡ ਕੈਵਿਟੀ ਤੁਹਾਨੂੰ ਨਜ਼ਰ ਆ ਰਹੀ ਹੈ, ਕੋਰ ਹੈ। ਕੋਰ ਅਸੀਂ ਕਿੱਥੇ ਲਗਾਉਂਦੇ ਹਾਂ, ਕੋਰ ਉਹ ਪਾਰਟ ਹੈ ਇੱਕ ਮੈਟਲ ਦਾ ਪਾਰਟ ਹੈ ਜਾਂ ਕਿਸੇ ਹੋਰ ਮਟੀਰੀਅਲ ਦਾ ਪਾਰਟ ਵੀ ਹੋ ਸਕਦਾ, ਜਿੱਥੇ ਅਸੀਂ ਉਹਨੂੰ ਉੱਥੇ ਪੁੱਟ ਕਰਦੇ ਹਾਂ ਜਿੱਥੇ ਜਿਹੜੀ ਕੈਵਿਟੀ ਅਸੀਂ ਰੱਖੀ ਹੈ ਮੋਲਟਨ ਮੈਟਲ ਅਸੀਂ ਉੱਥੇ ਪੋਰ ਕਰਨਾ ਹੈ, ਔਰ ਕੈਵਿਟੀ ਦੀ ਸ਼ੇਪ ਸਾਡਾ ਮੋਲਟਨ ਮੈਟਲ ਲੈ ਲਏਗਾ। ਬਟ ਸਾਨੂੰ ਉਸ ਅੰਦਰ ਜਿਹੜੀ ਡਿਜ਼ਾਇਰਡ ਸ਼ੇਪ ਅਸੀਂ ਬਣਾਉਣੀ ਹੈ ਉਸ ਦੇ ਅੰਦਰ ਕਿਤੇ ਕੈਵਿਟੀ ਚਾਹੀਦੀ ਹੋਵੇ, ਅਤੇ ਅਸੀਂ ਜਾਂ ਕੋਈ ਹੋਲੋ ਸਰਫੇਸ ਉਹਦੇ ਅੰਦਰ ਹੋਵੇ, ਉੱਥੇ ਸਾਨੂੰ ਕੀ ਕਰਨਾ ਪੈਂਦਾ, ਉਹਨੂੰ ਅਸੀਂ ਬਾਅਦ ਦੇ ਵਿੱਚ ਨਹੀਂ ਰਿਮੂਵ ਕਰਦੇ, ਉੱਥੇ ਕੋਰ ਰੱਖ ਦਿੰਦੇ ਹਾਂ। ਉਹ ਸਰਫੇਸ ਫਿਰ ਉਹ ਆਕਿਊਪਾਈ ਨਹੀਂ ਕਰਦਾ, ਕੋਈ ਹੋਲੋ ਸਰਫੇਸ ਕਿਸੇ ਜਗ੍ਹਾ 'ਤੇ ਚਾਹੀਦੀ ਹੋਵੇ। ਇਸ ਤਰ੍ਹਾਂ ਕਰਕੇ ਇਹ ਸਾਡੀ ਜਿਹੜੀ ਹੈ ਡਿਜ਼ਾਇਰਡ ਸ਼ੇਪ ਜਿਹੜੀ ਉਹ ਕਾਸਟਿੰਗ ਦੀ ਸਾਨੂੰ ਬਣ ਜਾਂਦੀ ਹੈ। ਨੈਕਸਟ ਅਸੀਂ ਇਸ ਟੌਪਿਕ ਦੇ ਵਿੱਚ ਪੈਟਰਨ ਮੇਕਿੰਗ, ਪੈਟਰਨ ਬਣਦਾ ਕਿਸ ਤਰ੍ਹਾਂ ਹੈ, ਕਿਸ ਕਿਸ ਮਟੀਰੀਅਲ ਦੇ ਪੈਟਰਨ ਬਣਦੇ ਨੇ, ਕਿੱਥੇ ਕਿੱਥੇ ਉਹ ਯੂਜ਼ ਹੁੰਦੇ ਨੇ, ਕੋਰਸ ਕਿਸ ਟਾਈਪਸ ਦੀਆਂ ਹੁੰਦੀਆਂ ਨੇ, ਔਰ ਇਹਨਾਂ ਦੇ ਸਾਰੇ ਡਿਟੇਲਸ ਜਿਹੜੇ ਆ ਉਹ ਨੈਕਸਟ ਟੌਪਿਕ ਦੇ ਵਿੱਚ ਅਸੀਂ ਸਟੱਡੀ ਕਰਾਂਗੇ। ਤੁਸੀਂ ਫਿਲਹਾਲ ਜਿੰਨਾ ਤੁਹਾਨੂੰ ਕਾਸਟਿੰਗ ਦੇ ਬਾਰੇ 'ਚ ਦੱਸਿਆ ਗਿਆ ਹੈ ਇਹਨੂੰ ਧਿਆਨ ਦੇ ਨਾਲ ਸਟੱਡੀ ਕਰ ਲੈਣਾ, ਔਰ ਜੋ ਵੀ ਇਸ ਦੇ ਬਾਰੇ 'ਚ ਡਾਊਟਸ ਆਉਂਦੇ ਨੇ ਉਹ ਪਰਸਨਲੀ ਮੈਨੂੰ ਕੰਟੈਕਟ ਕਰਕੇ ਤੁਸੀਂ ਗੱਲ ਕਰ ਸਕਦੇ ਹੋ, ਆਪਣੇ ਡਾਊਟਸ ਕਲੀਅਰ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ।